ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਸੁਣੋ ਕੰਤ ਮਹਿਲਿਓ ਪਿਰ ਸੇਵੋ ਸ਼ਬਦ ਵਿਚਾਰ ਔਗਣਵੰਤੇ ਪਿਰ ਨਾ ਜਾਣਈ ਮੁਠੀ ਰੁਵੈ ਕੰਤ ਵਿਸਾਰ ਸੁਣੋ ਕੰਤ ਮਹਿਲਿਓ ਪਿਰ ਸੇਵੋ ਸ਼ਬਦ ਵਿਚਾਰ ਔਗਣਵੰਤੇ ਪਿਰ ਨਾ ਜਾਣਈ ਮੁਠੇ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣ ਸਾਰ ਨਾ ਪਿਰ ਮਰੈ ਨ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੇ ਪ੍ਰੇਮ ਸਮਾਏ ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁਠੇ ਕੂੜਿਆਰੇ ਸੁਣੋ ਕੰਤ ਮਹਿਲਿਓ ਪਰ ਸੇਵੋ ਸ਼ਬਦ ਵਿਚਾਰੇ ਸਭ ਜਗ ਆਪੋ ਪਾਇਣ ਆਵਣ ਜਾਣ ਸੰਸਾਰਾ ਮਾਇਆ ਮੋਹ ਖੁਆਇਣ ਮਰ ਜੰਮੈ ਵਾਰੋ ਵਾਰਾ ਮਰ ਜੰਮੈ ਵਾਰੋ ਵਾਰਾ ਬਦੇ ਬਿਕਾਰਾ ਗਿਆਨ ਵਿਹੂਣੀ ਮੁਠੀ ਬਿਨ ਸ਼ਬਦੇ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗਣਿਆਰੇ ਝੂਠੀ ਪਿਰ ਜਗ ਜੀਵਨ ਕਿਸ ਨੂੰ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪੋ ਪਾਇਣ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੁੱਲੇ ਫਿਰੈ ਧਨ ਆਣੀਆਂ ਰੰਡ ਬੈਠੇ ਦੂਜੈ ਪਾਏ ਰੰਡ ਬੈਠੇ ਦੂਜੈ ਪਾਏ ਮਾਇਆ ਮੋਹ ਦੁਖ ਪਾਏ ਆਵ ਕਟੈ ਤਨ ਸਿਜੈ
जो किछ आया सब किछ जासे, दुख लागा पाए दूजै, जमकाल न सूझै माया जग दूजै, लब लोभ चित लाए, सो पिर साचा सद ही साचा, नाहु मरै न जाए, इक रूवे पिरे विशुनिया, अंधे न जानै पिर नाले, गुर प्रसादे साचा पिर मिलै, अंतर सदा समाले, पिर अंतर समाले सदा है नाले, गुरमुख जाता दूरे, पिर अंतर समाले सदा है नाले, मनमुख जाता दूरे, एह तन रुले रुलाया काम न आया, जिन खसम न जाता हदूरे, नानक सा धन मिलै मिलाई, पिर अंतर सदा समाले, एक रूवे पिरे विशुद्धियाँ, अंधे न जाने पिर है नाले, नानक सा धन मिलै मिलाई, पिर अंतर सदा समाले, एक रोवे पिरे विशुनिया, अंधे ना जाने पिर है नाले। वाहिगुरु जी का खालसा, वाहिगुरु जी की फतेह। परम सम्मानयोग सतगुरु चवर छत्र तखत दे मालक, हाजरा हजूर जहरा जहूर शब्द गुरु, धन श्री गुरु ग्रंथ साहिब महाराज सच्चे पातशाह जी की पावन पवित्र हजूरी अंदर जुड़ बैठे सतसंगी जनों, आप जी वड्डे भागां वाले हो। जो सत्कारयोग धन माता राजकौर जी के पावन स्थान गुरुद्वारा मंजी साहिब विखे अमृत वेले दे दीवाना दियां हाजरियां भर रहे हो। आओ रोजाना की तरह सतगुरु जी के बख्शिश किए हुए पावन हुक्म के विचार के नाल सांझ पाउण तो पहला असीस बख्शिश करो जी, रसना नूं करो पवित्र। जितने भी जुड़ बैठे हो लवाओ हाजरी, सारे आखो जी वाहिगुरु जी का खालसा, वाहिगुरु जी की फतेह। वडहंस महला तीजा, सुनो कंत महली हो, पिर सेवो शब्द विचार। वडहंस राग दे विच तीसरे पातशाह सतगुरु धन गुरु अमरदास महाराज जी के पावन बचन अंग नंबर 683, 583 ਅਤੇ 584 ਦੇ ਉੱਤੇ ਸੁਭਾਇਮਾਨ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਅੰਦਰ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਰੇ ਸ਼ਬਦ ਦਾ ਸੰਖੇਪ ਜਿਹਾ ਭਾਵ ਹੈ। ਗੁਰੂ ਸਾਹਿਬ ਜੀ ਨੇ ਦੋ ਸ਼ਬਦ ਵਰਤੇ ਨੇ, ਇੱਕ ਗੁਰਮੁਖ ਅਤੇ ਇੱਕ ਮਨਮੁਖ। और गुरु साहब जी ने समझाया जिहड़ा गुरमुख है वो रब नूं परमेश्वर नूं अपने तो दूर कदे जाणदा ही नहीं, पर जिहड़ा मन दे पिछे चलण वाला है उन्हें रब नूं अपने नेड़े कदे समझे ही नहीं। सतगुरु जी ने सब तो पहला पावन वचन किया है, सुनो कंत महली हो, पिर सेवो शब्द विचार। सुनो कंत महेली हो, कंत पति। महेलियो का अर्थ सखियों भी है, महेलियो का भाव अर्थ जपण वाले गुरमुख जन, क्योंकि सतगुरु जी ने पावन बचन एक इस्त्री रूप होक दे विच कह के उच्चारण किए ने, और गुरु साहब ने पावन बचन किया भी है कि इस जग में पुरख एक है, होर सगले नार सबाई। असीं सारियां जीव रूपी इस्त्रियां ते साडा मालक पति परमेश्वर केवल इको है। सतगुरु जी ने बख्शिश की कि सखियो सहेली हो, सुनो कंत महेलियो, पिर सेवो। अपने पति की सेवा करो,
ਪਿਰ ਦਾ ਅਰਥ ਪਤੀ ਮਾਲਕ। ਪਿਰ ਸੇਵੋ, ਆਪਣੇ ਪਤੀ ਦਾ ਸਿਮਰਨ ਕਰੋ। ਹੁਣ ਉਹ ਸੇਵਾ ਤੇ ਸਿਮਰਨ ਹੈ ਕਿ ਸੇਵਾ ਸਿਰਫ ਜੂਠੇ ਭਾਂਡੇ ਮਾਂਜਣੇ ਇਹੀ ਸੇਵਾ ਹੈ? ਤੇ ਸਿਮਰਨ ਕੀ ਗੁਰੂ ਕਰਨਾ ਸਿਰਫ ਇਹੀ ਸਿਮਰਨ ਹੈ? ਨਹੀਂ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਸੇਵਾ ਦਾ ਅਰਥ ਵੀ ਸਿਮਰਨ ਹੈ। ਔਰ ਉਹ ਸੇਵਾ ਹੀ ਸਿਮਰਨ ਬਣ ਜਾਂਦੀ ਜਦੋਂ ਮਨ ਲਾ ਕੇ ਕੀਤੀ ਜਾਏ। ਉਹ ਸੇਵਾ, ਉਹ ਸਿਮਰਨ ਹੈ ਜੀ, ਕਰਨਾ ਕਿਵੇਂ ਹੈ? ਸੁਣੋ ਕੰਤ ਮਹਿਲੀ ਹੋ, ਪਿਰ ਸੇਵੋ ਸ਼ਬਦ ਵਿਚਾਰ। ਉਹ ਸੇਵਾ ਸਿਮਰਨ ਸ਼ਬਦ ਦੇ ਦੱਦੇ ਨੂੰ ਸਿਆਰੀ ਹੈ। ਸ਼ਬਦ ਦੀ ਵਿਚਾਰ ਕਰਕੇ ਹੋ ਸਕਦੀ ਹੈ। ਭਾਈ ਸ਼ਬਦ ਦੇ ਵਿਚਾਰ ਹੀ ਅਸਲ ਵਿੱਚ ਗੁਰੂ ਦੀ ਸੇਵਾ ਹੈ। ਸ਼ਬਦ ਦੇ ਵਿਚਾਰ ਹੀ ਅਸਲ ਵਿੱਚ ਗੁਰੂ ਦਾ ਸਿਮਰਨ ਹੈ। ਔਰ ਵਿਚਾਰ ਦਾ ਮਤਲਬ ਇਹ ਨਹੀਂ ਕਿ ਜੇ ਮੇਰੇ ਵਰਗੇ ਨੇ ਕੋਈ 2-4 ਕਿਤਾਬਾਂ ਪੜ੍ਹ ਕੇ ਅਰਥ ਕਰ ਦਿੱਤੇ ਤੇ ਵਿਚਾਰ ਹੋ ਗਈ। ਵਿਚਾਰ ਦਾ ਅਰਥ ਇਹ ਨਹੀਂ ਕਿ ਸੁਣ ਲਿਆ ਤੇ ਵਿਚਾਰ ਹੋ ਗਈ। ਵਿਚਾਰ ਜੋ ਕੀਤੀ ਹੈ, ਜੋ ਸੁਣੀ ਹੈ, ਉਸ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲੈਣਾ, ਢਾਲ ਲੈਣਾ। ਔਰ ਸੁਣਿਆ ਹੋਇਆ ਤੇ ਉਹ ਪੜ੍ਹਿਆ ਹੋਇਆ ਪ੍ਰਵਾਨ ਤਾਂ ਹੀ ਹੈ ਨਾ। ਨਹੀਂ ਤਾਂ ਬਾਬਾ ਕਬੀਰ ਜੀ ਕਹਿੰਦੇ ਨੇ, ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਨ ਨਾ ਸੁਣੀ ਹੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੋ ਉਹ ਸਹਿਜ ਦਾ ਪਤਾ ਹੀ ਨਹੀਂ ਲੱਗਿਆ ਤੇ ਫਿਰ ਕੀ ਪੜ੍ਹਿਆ ਤੇ ਕੀ ਸੁਣਿਆ। ਸਤਿਗੁਰੂ ਜੀ ਕਹਿੰਦੇ ਨੇ, ਸਖੀ ਹੋ ਸਹੇਲੀ ਹੋ, ਜੀਵ ਰੂਪੀ ਇਸਤਰੀ ਹੋ। ਭਈ ਆਪਣੇ ਕੰਮ ਤਾਂ ਆਪਣੇ ਪਿਰ ਮਾਲਕ ਪਤੀ ਪਰਮੇਸ਼ਰ ਦੀ ਸੇਵਾ ਕਰੋ। ਔਰ ਸੇਵਾ ਸ਼ਬਦ ਵਿਚਾਰ, ਉਹ ਸ਼ਬਦ ਦੇ ਵਿਚਾਰ ਰਾਹੀਂ ਕੀਤੀ ਜਾਣੀ ਹੈ। ਅਵਗੁਣਵੰਤੇ ਪਿਰ ਨਾ ਜਾਣੇ, ਮੁੱਠੀ ਰੂਵੈ ਕੰਤ ਵਿਸਾਰ। ਪਰ ਇਹ ਜਿਹੜੀ ਜੀਵ ਰੂਪੀ ਇਸਤਰੀ ਹੈ, ਜੀਵ ਇਸਤਰੀ, ਇਹ ਹੈ ਅਵਗੁਣਵੰਤੀ। ਅਵਗੁਣਵੰਤੀ ਦਾ ਅਰਥ ਆਪ ਜੀ ਜਾਣਦੇ ਹੋ ਨਾ ਜੀ, ਜਿਹਦੇ ਵਿੱਚ ਗੁਣ ਕੋਈ ਨਾ ਹੋਵੇ, ਨਿਰੇ ਅਵਗੁਣ ਹੀ ਹੋਵੇ। ਔਰ ਹੱਦ ਇਹ ਹੋ ਗਈ ਕਿ ਸਾਨੂੰ 50-50 ਸਾਲ ਸਤਿਗੁਰੂ ਦੇ ਬਾਣੀ ਦੀ ਤੁਕ ਪੜ੍ਹਦੇ ਹੋ ਗਏ। ਔਰ ਇਹ ਸ਼ੁਰੂ ਤੋਂ ਲੈ ਕੇ, ਬਚਪਨ ਤੋਂ ਲੈ ਕੇ ਤਕਰੀਬਨ, ਕਿਉਂਕਿ ਮੰਗਲਾਚਰਨ ਵਿੱਚ ਪੜ੍ਹੀ ਜਾਂਦੀ ਹੈ ਪੰਕਤੀਆਂ, ਸਾਨੂੰ ਯਾਦ ਸਭ ਨੂੰ ਹੈ, ਪੜ੍ਹਦੇ ਰੋਜ਼ ਹੀ ਹਨ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ। ਕਿ ਬਸ ਇੰਨਾ ਕਹੀ ਜਾਣਾ ਬੜਾ ਹੈ। 50 ਸਾਲ ਤੋਂ ਇੰਨੇ ਕਹੀ ਜੇ ਸਾਡੇ ਵਿੱਚ ਅਵਗੁਣ ਹੀ ਅਵਗੁਣ ਨੇ, ਗੁਣ ਕੋਈ ਨਹੀਂ। ਤੇ ਕਿਹਦੇ ਨਾਲ ਪਾਰ ਉਤਾਰ ਹੋ ਜਾਏਗਾ ਜੀ। ਔਰ ਗੁਰੂ ਸਾਹਿਬ ਨੇ ਇਸ ਸਮਝਾਇਆ, ਜੇ ਅਵਗੁਣ ਨੇ ਤੈਨੂੰ ਸਮਝ ਲੱਗ ਗਈ ਕਿ ਮੇਰੇ ਵਿੱਚ ਅਵਗੁਣ ਨੇ, ਤੇ ਭਈ ਫਿਰ ਉਹਨਾਂ ਅਵਗੁਣਾਂ ਨੂੰ ਬਾਹਰ ਕੱਢ। ਕਿ ਸਿਰਫ ਇਹ ਪੜ੍ਹੀ ਜਾਣਾ ਹੈ 50-50 100-100 ਸਾਲ ਤੋਂ ਕਿ ਅਵਗੁਣਾਂ ਨਾਲ ਭਰੇ ਹੋਏ ਤੇ ਭਰੇ ਹੋਏ ਅਵਗੁਣ ਬਾਹਰ ਕੱਢ। ਕਿਉਂਕਿ ਗੁਰੂ ਸਾਹਿਬ ਨੇ ਪਾਵਨ ਬਚਨ ਕੀਤੇ ਨੇ, ਅਵਗੁਣ ਜਿਹੜੇ ਨੇ ਅਸਲ ਵਿੱਚ ਬਾਹਰ ਕੱਢਣੇ ਹੈ ਤੇ ਔਖੇ। ਪਰ ਜਦੋਂ ਤਾਂ ਅਵਗੁਣ ਵਿੱਚੋਂ ਜਾਣਗੇ ਨਹੀਂ, ਗੁਣ ਆਉਣਗੇ ਨਹੀਂ, ਫਿਰ ਕਈ ਜਿੰਨਾ ਮਰਜ਼ੀ ਜਾ ਕੇ ਮੈਂ ਨਿਤਨੇਮ, ਬੜੀ ਭਗਤੀ, ਬੜਾ ਸਿਮਰਨ ਕਰਨ ਵਾਲਾ ਕਿ ਮੈਂ ਨਿਤਨੇਮ ਕਦੇ ਛੱਡਿਆ ਹੀ ਨਹੀਂ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਜੇ ਗੁਣ ਨਹੀਂ ਨਾ ਅੰਦਰ ਧਾਰਨ ਕੀਤੇ, ਅਵਗੁਣ ਕੱਢੇ ਨਹੀਂ, ਤੇ ਫਿਰ ਇਹ ਕੀਤਾ ਹੋਇਆ ਸਿਮਰਨ, ਜਪਿਆ ਹੋਇਆ ਨਾਮ, ਇਹ ਕੀਤਾ ਹੋਇਆ ਨਿਤਨੇਮ ਅਸਲ ਵਿੱਚ ਲਿਖੇ ਪੈਣਾ ਹੀ ਨਹੀਂ। ਕਿਉਂ ਜੀ? ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਅੰਦਰ ਗੁਣ ਪੈਦਾ ਹੀ ਨਹੀਂ ਕੀਤੇ, ਵੀ ਭਗਤੀ ਹੋਣੀ ਨਹੀਂ। ਕੇਵਲ ਇਹਨਾਂ ਪੜ੍ਹਨ ਨਾਲ ਛੁਟਕਾਰਾ ਨਹੀਂ ਕਿ ਹਮ ਅਵਗੁਣ ਭਰੇ। ਔਰ ਗੁਣ ਜਿਹੜੇ ਇਕੱਠੇ ਕਰਨੇ, ਉਧਰ ਨੂੰ ਜਿਹੜਾ ਮਨ ਉਦਮ ਨਹੀਂ ਕਰਦਾ, ਔਰ ਅਸੀਂ ਮਨ ਦੇ ਪਿੱਛੇ ਚੱਲਣੇ। ਅਵਗੁਣ ਜਿਹੜੇ ਨੇ ਬੜੀ ਛੇਤੀ ਇਕੱਠੇ ਹੁੰਦੇ ਨੇ। ਤੁਸੀਂ ਦੇਖ ਲਓ, ਕੋਈ ਬੰਦਾ ਨਿੰਦਿਆ ਕਰਦਾ ਹੋਵੇ, ਭਾਵੇਂ ਨਾ ਵੀ ਕਰਦਾ ਹੋਵੇ, ਕਿਸੇ ਨੇ ਆ ਕੇ ਕਹਿ ਦਿੱਤਾ, ਅਸਲ ਵਿੱਚ ਜਿਹਨੇ ਆ ਕੇ ਦੱਸਿਆ ਨਿੰਦਕ ਤੇ ਉਹੀ ਹੈ। ਭਈ ਫਲਾਣਾ ਤੇਰੀ ਨਿੰਦਿਆ ਕਰਦਾ ਹੈ। ਗੁਣ ਤੇ ਪਹਿਲੇ ਕੋਈ ਨਹੀਂ, ਪਰ ਅਵਗੁਣ ਲੈਣ ਦੀ ਬੜੀ ਛੇਤੀ ਤਿਆਰ ਹੈ। ਜੋ ਉਹ ਮੇਰੀ ਨਿੰਦਿਆ ਕਰਦਾ ਹੈ ਤੇ ਮੈਂ ਉਹਦੀ ਦੁਗਣੀ ਨਿੰਦਿਆ ਕਰਾਂਗਾ। ਕਿਸੇ ਨੇ ਦੱਸ ਦਿੱਤਾ ਕੋਈ ਮਾੜਾ ਬੋਲਦਾ ਹੈ, ਉਹਨੇ ਮਾੜਾ ਬੋਲਿਆ, ਮੈਂ 2 ਵਾਰੀ ਮਾੜਾ ਬੋਲਾਂਗਾ।
ਅਸਲ ਵਿੱਚ ਇਹਨਾਂ ਔਗਣਾਂ ਨੂੰ ਗ੍ਰਹਿਣ ਕਰਨ ਲਈ ਛੇਤੀ ਬੰਦਾ ਉਪਰਾਲਾ ਕਰਦਾ, ਉਹ ਗ੍ਰਹਿਣ ਛੇਤੀ ਕਰ ਜਾਂਦਾ, ਪਰ ਇਹ ਤੇ ਬਾਹਰ ਕੱਢਣੇ ਨੇ। ਹੈ ਤੇ ਔਗਣਵੰਤੇ ਗੁਣਾਂ ਦਾ ਅੰਦਰ ਥਾਂ ਹੀ ਕੋਈ ਨਹੀਂ, ਔਗਣ ਭਰੇ ਪਏ ਨੇ, ਪਰ ਇਹਨਾਂ ਨੂੰ ਕੱਢਣਾ ਤੇ ਬਾਹਰ ਹੈ ਨਾ। ਪਰ ਇਹ ਔਗਣਵੰਤੀ ਹੋਈ ਕਿਉਂ, ਇੰਨੇ ਔਗਣ ਅੰਦਰ ਆਏ ਕਿਉਂ? ਗੁਰੂ ਸਾਹਿਬ ਨੇ ਕਿਰਪਾ ਕਰਕੇ ਨਾਲ ਹੀ ਸਮਝਾਇਆ। ਕਹਿੰਦੇ ਔਗਣਵੰਤੀ ਫਿਰ ਨਾ ਜਾਣੀ। ਇਹ ਔਗਣਵੰਤੇ ਤਾਂ ਬਣ ਗਏ ਕਿਉਂਕਿ ਇਹਨੇ ਆਪਣੇ ਫਿਰ ਆਪਣੇ ਪਤੀ ਮਾਲਕ ਨੂੰ ਜਾਣੇ ਹੀ ਨਹੀਂ, ਉਹਨੂੰ ਪਛਾਣਿਆ ਹੀ ਨਹੀਂ ਕਿ ਉਹ ਤਾਂ ਮੇਰੇ ਹਰ ਵੇਲੇ ਮੇਰੇ ਨਾਲ ਹੈ। ਔਗਣਵੰਤੇ ਫਿਰ ਨਾ ਜਾਣੀ, ਤੇ ਜਾਣਿਆ ਕਿਉਂ ਨਹੀਂ? ਹੁਣ ਨਾਲ ਹੀ ਉਹਦਾ ਵੀ ਜਵਾਬ ਦਿੱਤਾ ਹੈ। ਕਹਿੰਦੇ ਰੂਵੈ ਮੁੱਠੀ ਰੂਵੈ ਕੰਤ ਵਿਸਾਰ। ਮੁੱਠੀ ਦਾ ਅਖਰੀ ਅਰਥ ਠੱਗੀ ਗਈ, ਕਿਉਂਕਿ ਇਸ ਜੀਵ ਇਸਤਰੀ ਦੇ ਵਸ ਵੀ ਕੋਈ ਨਹੀਂ, ਠੱਗੀ ਗਈ ਹੈ। ਮੁੱਠੀ ਰੂਵੈ ਕੰਤ ਵਿਸਾਰ, ਠੱਗੀ ਗਈ ਹੈ। ਉਸ ਕੰਤ ਨੂੰ ਪਤੀ ਪਰਮੇਸ਼ਰ ਨੂੰ ਭੁਲਾ ਕੇ ਹੁਣ ਰੋਂਦੀ ਹੈ। ਤੇ ਰੱਬ ਭੁੱਲਦਾ ਕਦੋਂ ਜੀ? ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਰੋਜ਼ ਪੜ੍ਹਦੇ ਨਾ ਕਿ ਜਦੋਂ ਕੋਈ ਮੋਹ ਹੋਰ ਲੱਗ ਜੇ ਉਦੋਂ ਰੱਬ ਭੁੱਲਦਾ ਹੈ। ਔਰ ਇਸ ਮੋਹ ਨੂੰ ਗੁਰੂ ਸਾਹਿਬ ਜੀ ਨੇ ਮਾਇਆ ਕਿਹਾ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਉ ਦੂਜਾ ਲਾਇਆ। ਹੁਣ ਦੂਜਾ ਭਉ ਜਦੋਂ ਮਾਇਆ ਦੇ ਮੋਹ ਵਿੱਚ ਪੈ ਜਾਏ ਤੇ ਫਿਰ ਰੱਬ ਕਿੱਥੇ ਚਿੱਤੇ ਆਵੇ? ਦੇਖੋ, ਆਪਾਂ ਆਮ ਤੌਰ ਤੇ ਕਹਿੰਦੇ ਕਿ ਬੰਦਾ ਮਾਇਆ ਨੂੰ ਫੜ ਕੇ ਰੱਖਦਾ ਹੈ। ਮਾਇਆ ਧਾਰੀ ਕਿਹਾ ਹੀ ਉਹਨੂੰ ਜਿਹੜਾ ਜਿਹਦੇ ਅੰਦਰ ਮਾਇਆ ਦੀ ਪਕੜ ਹੋਵੇ, ਪਰ ਹਕੀਕਤ ਇਹ ਹੈ ਕਿ ਮਾਇਆ ਧਾਰੀ ਬੰਦਾ ਮਾਇਆ ਨੂੰ ਫੜ ਕੇ ਨਹੀਂ ਰੱਖਦਾ, ਉਹ ਮਾਇਆ ਬੰਦੇ ਨੂੰ ਫੜ ਕੇ ਰੱਖਦੀ ਹੈ। ਵਿਚਾਰ ਕਰਕੇ ਦੇਖ ਲਓ, ਜਿਹੜਾ ਪਦਾਰਥ ਸਾਨੂੰ ਕਿਸੇ ਪਾਸੇ ਜਾਣ ਹੀ ਨਾ ਦੇਵੇ, ਆਪਣੇ ਵੱਲ ਖਿੱਚੇ ਫੜਿਆ ਤੇ ਸਾਨੂੰ ਉਹਨੇ ਹੋਇਆ ਹੈ। ਹੁਣ ਇੱਕ ਬੰਦਾ ਗਾਂ ਫੜ ਕੇ ਲਈ ਜਾ ਰਿਹਾ ਹੈ, ਸੰਗਲ ਜਾਂ ਰੱਸੀ ਉਹਦੇ ਹੱਥ ਵਿੱਚ ਹੈ, ਔਰ ਅਸਲ ਵਿੱਚ ਜਿਹੜਾ ਇਸ ਅੰਦਰ ਜੁੜੀ ਹੋਈ ਭਾਵਨਾ ਵਾਲਾ ਹੈ, ਉਹਨੂੰ ਜੇ ਪੁੱਛੀਏ ਕਿ ਇਹ ਗਾਂ ਭਾਈ ਕਿਹਨੇ ਫੜੀ ਹੈ, ਇਹ ਸੰਗਲ ਕਿਹਨੂੰ ਪਾਇਆ ਹੈ, ਅਸੀਂ ਕਹਿਣਾ ਕਿ ਸੰਗਲ ਗਾਂ ਨੂੰ ਪਾਇਆ ਹੈ ਤੇ ਬੰਦੇ ਨੇ ਗਾਂ ਫੜੀ ਹੈ। ਪਰ ਜਿਹੜੇ ਇਸ ਰਮਜ ਨੂੰ ਜਾਣਦੇ ਨੇ ਕਹਿੰਦੇ ਨਹੀਂ ਭਾਈ, ਇਹ ਗੱਲ ਝੂਠੀ ਹੈ। ਕਿਉਂ ਜੀ? ਬੰਦੇ ਨੇ ਗਾਂ ਨੂੰ ਨਹੀਂ ਫੜਿਆ। ਹਕੀਕਤ ਹੈ ਕਿ ਗਾਂ ਨੇ ਬੰਦੇ ਨੂੰ ਫੜਿਆ ਹੋਇਆ। ਹੁਣ ਇਹ ਗੱਲ ਤਾਂ ਲੱਗੇਗੀ ਤੁਹਾਨੂੰ ਪੁੱਠੀ ਜੀ, ਕਿਵੇਂ ਜੀ? ਹੁਣ ਜਾਣ ਕਰ ਕਹੇਗਾ ਕਿ ਇਸ ਸੰਗਲ ਨੂੰ ਖੋਲ ਦਿਓ, ਬੰਦਾ ਵੀ ਹੱਥੋਂ ਛੱਡ ਦੇ, ਗਾਂ ਦੇ ਗਲ ਵਿੱਚੋਂ ਵੀ ਖੋਲ ਦਿਓ, ਤੇ ਹੁਣੇ ਪਤਾ ਲੱਗ ਜਾਏਗਾ ਫੜਿਆ ਕਿੰਨੇ ਹੈ। ਕਿਉਂਕਿ ਫਿਰ ਗਾਂ ਨੇ ਭੱਜਣਾ ਤੇ ਗਾਂ ਦੇ ਪਿੱਛੇ ਪਿੱਛੇ ਬੰਦੇ ਨੇ ਭੱਜਣਾ ਹੈ, ਬੰਦੇ ਦੇ ਪਿੱਛੇ ਗਾਂ ਨੇ ਨਹੀਂ ਆਉਣਾ। ਤੇ ਜਿੰਦੇ ਪਿੱਛੇ ਬੰਦਾ ਭੱਜਦਾ ਸੀ ਵਿੱਚ ਫੜਿਆ ਕਿਉਂ ਨਹੀਂ ਹੋਇਆ? ਇਹ ਮਾਇਆ ਦੇ ਪਿੱਛੇ ਭੱਜ ਕੇ ਮਾਇਆ ਨੇ ਨਾ ਬੰਦੇ ਨੂੰ ਜਕੜ ਕੇ ਬੰਨ੍ਹ ਕੇ ਰੱਖਿਆ ਹੋਇਆ ਹੈ। ਔਰ ਇਸ ਮੋਹ ਦੇ ਵਿੱਚ ਜਿਹੜਾ ਪੈ ਜਾਏ, ਦੇਖੋ ਜਿਵੇਂ ਆਮ ਤੌਰ ਤੇ ਗੁੜ ਹੋਵੇ ਤੇ ਗੁੜ ਤੇ ਆ ਕੇ ਮੱਖੀ ਬਹਿੰਦੀ ਹੈ ਨਾ, ਗੁੜ ਭਾਵੇਂ ਗਿੱਲਾ ਹੀ ਹੋਵੇ, ਮੱਖੀ ਆ ਕੇ ਬਹਿੰਦੀ ਇਸ ਕਰਕੇ ਕਿ ਮੈਂ ਗੁੜ ਨੂੰ ਖਾਣਾ ਹੈ, ਪਰ ਹਕੀਕਤ ਹੈ ਕਿ ਗੁੜ ਮੱਖੀ ਨੂੰ ਖਾ ਜਾਂਦਾ ਹੈ। ਗਿੱਲਾ ਹੈ, ਵਿੱਚੋਂ ਉੱਡ ਹੀ ਨਹੀਂ ਸਕਦੀ, ਵਿੱਚੇ ਮਰਦੀ ਹੈ। ਬਸ ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਪੈ ਕੇ ਅਸੀਂ ਜੀਵ ਮਰ ਖਪ ਜਾਂਦੇ ਹਾਂ, ਔਰ ਸਾਨੂੰ ਸਮਝ ਲੱਗਦੀ ਨਹੀਂ ਕਿ ਅਸੀਂ ਮਾਇਆ ਦੇ ਪਿੱਛੇ ਭੱਜੇ ਫਿਰਨੇ ਆ, ਕਿ ਇਹ ਮਾਇਆ ਨੇ ਸਾਨੂੰ ਬੰਨ੍ਹ ਕੇ ਰੱਖਿਆ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਵੀ ਕਹੇ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਬਿਨਾਂ ਦੰਦਾਂ ਤੋਂ ਸਾਰੇ ਜਗ ਨੂੰ ਖਾ ਗਈ। ਹੁਣ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਔਗਣਵੰਤੀ ਸੀ, ਇਸ ਕਰਕੇ ਹੋ ਗਈ ਕਿਉਂਕਿ ਮਾਇਆ ਦੇ ਮੋਹ ਵਿੱਚ ਪੈ ਕੇ ਰੱਬ ਨੂੰ ਭੁੱਲ ਗਈ। ਮੁੱਠੀ ਠੱਗੀ ਗਈ ਮਾਇਆ ਦੇ ਮੋਹ ਵਿੱਚ। ਰੋਵੈ ਕੰਤ ਵਿਸਾਰ, ਹੁਣ ਕੰਤ ਪਤੀ ਪਰਮਾਤਮਾ ਨੂੰ ਭੁੱਲ ਕੇ ਰੋਂਦੀ ਹੈ। ਅੱਗੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਰੋਵੈ ਕੰਤ ਸਮਾਦ ਸਦਾ ਗੁਣਸਾਰ, ਨਾ ਫਿਰ ਮਰੇ ਨਾ ਜਾਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਜੇ ਰੋਣਾ ਤੇ ਫਿਰ ਮਾਇਆ ਨੂੰ ਨਾ ਰੋਵੋ।
जे रोना है तो फिर पदार्थां नूं ना रो, जे रोना ही है फिर अपने मालक दे मिलाप नहीं रो। जिन्हों गुरु साहब ने पावन बचन कहे ने कि मैं नीर वह चले जी, वो मिलाप का नीर है। जे रोना है तो फिर इस आस नाल रो के हजे तक मिलिया क्यों नहीं। जिन्हों बाबा फरीद जी ने पावन बचन कहे ने, कागा करंग ढंडोलिया सगला खाया मास, ए दोए नैना मत छूहो फिर देखण की आस। जे रोना है तो इस आस विच रोवो कि हजे तक मिलिया क्यों नहीं। जे रोना है इसलिए रोवो कि मेरा नितनेम पक्का क्यों नहीं होया। जे रोना है तो इसलिए रोवो कि मेरा नितनेम छुट क्यों गया। जे रोना ही है तो फिर उनके मिलाप नहीं रोवो। गुरु साहब ने कृपा की है, रोवै कंत संभाल, भाई जे रोना ही है तो पति परमेश्वर को चेते करके रो कि मिलिया क्यों नहीं, वो घर दे विच आया क्यों नहीं। क्योंकि उन्हें मिलना है। गुरु साहब ने कृपा की, नाले पावन बचन कहने अरदास कर कि गुण कोई नहीं कर्म भी कोई नहीं, कर्महीन तन करे बिनंती, कद नानक आवे वारी। जे रोना है तो इस तरह अरदास बेनती करके रो, कदों मिलोगे। एक घड़ी ना मिलती तो कलयुग होते, हुण कद मिले प्रिय तुद भगवंते। रोवै कंत समाल सदा गुणसार, गुणसार सार का अर्थ श्रेष्ठ, भी हमेशा ही गुण जिहड़े ने सब तो श्रेष्ठ ने। अवगुणा नूं कढ ते गुणा नूं धारण कर। इस नूं धन गुरु नानक साहब जी कहते हैं, ये गुण ही साडे मित्र ने। ते मित्र क्या उन्होंने जाता जिहड़े कदे साथ ना छड्डण। ये गुण ही ने जिन्हां ने इत्थे तो उत्थे साडा साथ किते नहीं छड्डना। सज्जण सही नाल मैं चलदिया नाल चलन ते नाल गुण ही जाने ने। ये गुण ही असल विच नाम है। और इस नूं गुरु अर्जन देव जी ने पावन बचन कहे ने, एक सहार के नाम बिन अगे लईए खो, बाकी सारा कुछ होया जाना है। रोवै कंत समाल सदा गुणसार, ना फिर मरे ना जाए उनके मिलाप के वास्ते रो। वो फिर जेड़ा ना मरदा है ना जमदा है, वो पति परमेश्वर जेड़ा जन्म मरण चाहता ही नहीं, ना कदे साथ छड्ड के जाता है। गुरमुख जाता शब्द पछाता, साचा प्रेम समाए। हुण असल विच जिहड़े गुरमुख हो गए उन्होंने पछाणिया है। तो गुरमुख कौन है? जिन्हों सतगुरु जी ने पावन बचन कहे ने, गुरमुख का अर्थ जिनका मुख गुरु वाले है। हुण गुरु वाले मुँह करना की है जी? बस सिर्फ गुरु ग्रंथ साहिब वाले मुँह करके बैठ जाना, यही मुँह करना है? नहीं, गुरु वाले मुँह करने का भाव है कि जो कुछ गुरु ने किया, फिर दुनिया भावें इधर दे उधर हो जाए, करना वो कुछ है जो मेरे गुरु ने किया। गुरुमुख नूं किया गया। और गुरु साहब ने पावन बचन कहे ने गुरमुख की परिभाषा देंदे हुए कि गुर कहया साकार कमावो, वो गुरमुख है। सतगुरु जी कहते हैं जेड़े गुरमुख होए, जिन्हों ने मुँह गुरु वाले रखिया, गुरु के कहे हुए बचन नूं मन्निया, उन्होंने जाता, उन्होंने परमेश्वर नूं जानिया है। गुरमुख जाता ते किवें जाने, किवें जी? शब्द पछाता, गुरु के शब्द राही पछाणिया। शब्द दद्दे नूं सियारीए शब्द के राही पछाणिया। गुरमुख जाता शब्द पछाता, साचा प्रेम समाए। शब्द के राही जान पछाण पाई, पछाणिया ते सच्चे दे प्रेम दे विच समाई गए। वो गुरमुख ने, ते जिहड़े गुरमुख हो गए उन्होंने जानिया है। गुरमुख जाता शब्द पछाचा, सच्चा प्रेम समाए। जिन अपना फिर नहीं जाता, कर्म विधाता। कूड़ मुठे कुड़ियारे, पर नाल गुरु साहब जी ने कृपा की।
ਜਿਨ੍ਹਾਂ ਨੇ ਆਪਣੇ ਪਿਰ ਨੂੰ ਜਾਣੇ, ਪਤੀ ਨੂੰ ਪਰਮੇਸ਼ਰ ਨੂੰ ਪਛਾਣੇ, ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਵਿਦਾਤਾ, ਜਿਹਨੂੰ ਇਹ ਪਤਾ ਨਹੀਂ ਲੱਗਿਆ ਕਿ ਉਹ ਸਾਡਾ ਕਰਮ ਲਿਖਣ ਵਾਲਾ ਵਿਦਾਤਾ ਹੈ, ਸਾਨੂੰ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ, ਸਾਰਿਆਂ ਦਾ ਵਿਦਾਤਾ ਹੈ, ਜਿਨ੍ਹਾਂ ਨੇ ਜਾਣੀ ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਵਿਦਾਤਾ ਕੂੜ ਮੁੱਠੀ ਕੁੜਿਆਰੇ। ਅਸਲ ਵਿੱਚ ਉਹ ਠੱਗੀ ਗਈ। ਤੇ ਠੱਗੀ ਕਿਵੇਂ ਗਈ? ਮੁੱਠੀ ਦਾ ਅਰਥ ਠੱਗਿਆ ਜਾਣਾ। ਕੂੜ ਮੁੱਠੀ ਕੁੜਿਆਰੇ, ਉਹ ਕੂੜ ਦੇ ਵਿੱਚ, ਝੂਠ ਦੇ ਵਿੱਚ ਹੀ ਠੱਗੀ ਗਈ, ਕਿਉਂਕਿ ਉਹਦੇ ਆਲੇ ਦੁਆਲੇ ਰਿਹਾ ਹੀ ਕੂੜ। ਉਹਨੂੰ ਸਮਝ ਲੱਗੀ ਨਹੀਂ ਕਿ ਇਹ ਸੰਸਾਰ ਸੁਪਨੇ ਦੀ ਤਰ੍ਹਾਂ ਹੈ। ਉਹਨੂੰ ਇਹ ਸਮਝ ਲੱਗੀ ਨਹੀਂ ਕਿ ਇਹ ਸੰਸਾਰ ਇੱਕ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ, ਔਰ ਜਿਹੜਾ ਸੁਪਨਾ ਕਦੇ ਸੱਚਾ ਨਹੀਂ ਹੁੰਦਾ। ਝੂਠ ਵਿੱਚ ਫਸੀ ਹੋਈ ਇਹ ਜੀਵ ਰੂਪੀ ਇਸਤਰੀ ਠੱਗੀ ਗਈ। ਉਹਨਾਂ ਨੇ ਆਪਣੇ ਪਿਰ ਮਾਲਕ ਨੂੰ, ਪਤੀ ਨੂੰ ਪਛਾਣੀ ਨਹੀਂ। ਸੁਣੋ ਕੰਤ ਮਹਿਲਿਓ ਪਿਰ ਸੇਵੋ ਸ਼ਬਦ ਵਿਚਾਰੇ। ਪਹਿਲੇ ਪਦੇ ਦੇ ਅਖੀਰ ਵਿੱਚ ਧੰਨ ਗੁਰੂ ਅਮਰਦਾਸ ਜੀ ਫਿਰ ਬਖਸ਼ਿਸ਼ ਕਰਦੇ ਨੇ ਕਿ ਇਹ ਜੀਵ ਰੂਪੀ ਸਖੀ ਸਹੇਲਿਓ, ਸੁਣੋ ਕੰਤ ਮਹਿਲਿਓ, ਆਪਣੇ ਪਤੀ ਪਰਮੇਸ਼ਰ ਦੀ ਸਹੇਲਿਓ, ਜਪਣ ਵਾਲਿਓ, ਗੁਰਮੁਖ ਜਨੋ ਸੁਣੋ। ਸੁਣੋ ਕੰਤ ਮਹਿਲਿਓ ਪਿਰ ਸੇਵੋ, ਆਪਣੇ ਪਤੀ ਦਾ ਸਿਮਰਨ ਕਰੋ, ਸੇਵਾ ਕਰੋ। ਸੇਵਾ ਸਿਮਰਨ ਕਿਵੇਂ ਕਰਨੀ ਹੈ? ਫਿਰ ਧਰਉਂਦੇ ਨੇ ਸ਼ਬਦ ਵਿਚਾਰੇ, ਸ਼ਬਦ ਦੇ ਵਿਚਾਰ ਕਰਕੇ ਉਸ ਵਿਚਾਰ ਨੂੰ ਜੀਵਨ ਵਿੱਚ ਫਿਰ ਲਾਗੂ ਕਰਕੇ। ਸਭ ਜਗ ਆਪ ਉਪਾਇਣ ਆਵਣ ਜਾਣ ਸੰਸਾਰਾ। ਕਹਿੰਦੇ ਇਹ ਸਾਰਾ ਸੰਸਾਰ ਉਹਨੇ ਆਪ ਹੀ ਪੈਦਾ ਕੀਤਾ। ਸਭ ਜਗ ਆਪ ਉਪਾਇਣ, ਸਤਿਗੁਰੂ ਜੀ ਦਾ ਪਾਵਨ ਬਚਨ ਹੈ ਕਿ ਸੰਸਾਰ ਨੂੰ ਪੈਦਾ ਕਿਵੇਂ ਕੀਤਾ ਜੀ? ਕੀਤਾ ਪਸਾਉ ਏਕੋ ਕੁਵਾਉ। ਕੁਵਾਉ ਦਾ ਅਰਥ ਹੁਕਮ। ਏਕੋ ਹੁਕਮ ਕੀਤਾ ਤੇ ਸਾਰਾ ਪਸਾਉ ਕਰ ਦਿੱਤਾ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਰੋਜ਼ ਕਹਿੰਦੇ ਨੇ, ਆਪਾਂ ਰੋਜ਼ ਹੀ ਪੜ੍ਹਦੇ ਹਾਂ ਕਿ ਹੁਕਮੇ ਹੋਵਣ ਆਕਾਰ। ਇਹ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੇ ਆਕਾਰ ਸਾਨੂੰ ਦਿਸਦੇ ਨੇ ਉਹਦੇ ਹੁਕਮ ਦੇ ਵਿੱਚ ਪੈਦਾ ਹੋਏ ਨੇ, ਜਿਹਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਸਭ ਜਗ ਆਪ ਉਪਾਇਣ। ਕਹਿੰਦੇ ਆ ਪੀਣੇ ਆਪ ਰਚਿਓ, ਆ ਪੀਣੇ ਆਪ ਰਚਿਓ। ਆਪਣੇ ਆਪ ਨੂੰ ਪਹਿਲੋਂ ਆਪ ਸਾਜਿਆ, ਆ ਪੀਣੇ ਆਪ ਸਾਜਿਓ, ਆ ਪੀਣੇ ਰਚਿਓ ਨਾਮ। ਆਪਣੇ ਆਪ ਨੂੰ ਸਾਜ ਕੇ ਆਪਣਾ ਨਾਮ ਆਪ ਹੀ ਰੱਖਿਆ ਤੇ ਉਹ ਨਾਮ ਰੱਖਿਆ ਸਤ। ਸਤ ਨਾਮ ਤੇਰਾ ਪਰਾ ਪੂਰਬਲਾ, ਜਿਹੜਾ ਸਦਾ ਹੀ ਰਹਿਣਾ ਹੈ। ਫਿਰ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਪਹਿਲੋਂ ਆਪਣੇ ਆਪ ਨੂੰ ਸਾਜਿਆ, ਫਿਰ ਕੁਦਰਤ ਸਾਜੀ। ਕੁਦਰਤ ਵਿੱਚ ਆਪ ਹੀ ਆਸਨ ਲਾ ਕੇ ਬੈਠ ਗਿਆ, ਔਰ ਆਪ ਹੀ ਬੜੇ ਚਾਅ ਦੇ ਨਾਲ ਆਪਣੀ ਇਸ ਕੁਦਰਤ ਨੂੰ ਵੇਖ ਵੀ ਰਿਹਾ ਹੈ। ਸਭ ਜਗ ਆਪ ਉਪਾਇਣ, ਇਹ ਸਾਰਾ ਸੰਸਾਰ ਉਹਨੇ ਆਪ ਪੈਦਾ ਕੀਤਾ ਭਾਈ। ਫਿਰ ਕਹਿੰਦੇ ਨੇ ਸੰਸਾਰ ਦੇ ਵਿੱਚ ਜੋ ਕੁਝ ਪੈਦਾ ਕੀਤਾ ਉਹ ਟਿਕਿਆ ਥੋੜ੍ਹੀ ਰਹਿਣਾ ਹੈ। ਪੈਦਾ ਤਾਂ ਉਹਨੇ ਆਪ ਹੀ ਕੀਤਾ, ਪਰ ਆਵਣ ਜਾਣ ਸੰਸਾਰ ਹੈ। ਸੰਸਾਰ ਬਣਾਇਆ ਐਸਾ ਕਿ ਜਿਹੜਾ ਆਉਣਾ ਜਾਣਾ ਹੈ, ਔਰ ਸਾਡੇ ਤੋਂ ਪਹਿਲੋਂ ਗਏ ਕਿੰਨੇ ਕੁ ਚਲੇ ਸਾਨੂੰ ਪਤਾ ਹੀ ਨਹੀਂ। ਬਾਬਾ ਫਰੀਦ ਜੀ ਨੇ ਪਾਵਨ ਬਚਨ ਕਹੇ ਕਿ ਸ਼ੇਖ ਹਯਾਤੀ ਜਗ ਨਾ ਕੋਈ ਚਿਰ ਰਹਿਆ, ਜਿਸ ਆਸਨ ਹਮ ਬੈਸੇ ਕਿਤੇ ਬੈਸ ਗਿਆ। ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ। ਸਾਡੇ ਤੋਂ ਪਹਿਲੋਂ ਗਿਣਤੀ ਨਹੀਂ ਕਿੰਨੇ ਕੁ ਬਹਿ ਕੇ ਚਲੇ ਗਏ। ਦੇਖੋ ਗਿਣਤੀ ਕੋ ਕਰੇ ਤੇ ਕਿੱਥੋਂ ਤੱਕ ਕਰੇਗਾ। ਪਹਿਲੋਂ ਪਿਓ ਸੀ, ਦਾਦਾ ਸੀ, ਪੜਦਾਦਾ ਸੀ, ਅੱਗੋਂ ਗਿਣਤੀ ਭੁੱਲ ਜਾਏਗਾ। ਪੜਦਾਦੇ ਤੋਂ ਅੱਗੇ ਲੱਕੜ ਦਾਦਾ ਕਿਸੇ ਕਿਸੇ ਨੂੰ ਯਾਦ ਹੈ, ਉਦੋਂ ਅੱਗੇ ਰਿਸ਼ਤਾ ਹੀ ਨਹੀਂ ਪਤਾ ਕੀ ਹੈ। ਕਿੰਨੇ ਕੁ ਆਏ ਤੇ ਪਤਾ ਹੀ ਨਹੀਂ ਚਲੇ ਗਏ। ਆਵਣ ਜਾਣ ਸੰਸਾਰਾ, ਉਹਨੇ ਆਪ ਸਾਰਾ ਕੁਝ ਬਣਾਇਆ, ਔਰ ਬਣਾਇਆ ਇਸੇ ਢੰਗ ਦੇ ਨਾਲ ਕਿ ਸਾਰਾ ਸੰਸਾਰ ਆਉਣਾ ਜਾਣਾ ਹੈ। ਮਾਇਆ ਮੋਹ ਖੁਆਇਣ ਮਰ ਜੰਮੈ ਵਾਰੋ ਵਾਰਾ। ਪਰ ਮਾਇਆ ਦੇ ਮੋਹ ਵਿੱਚ ਜੀਵ ਰੂਪੀ ਇਸਤਰੀ ਜਿਹੜੀ ਖੁਆਇਣ ਦਾ ਅਰਥ ਖੁਆਰ ਹੁੰਦੀ ਹੈ, ਔਰ ਜਿਹੜੀ ਮਾਇਆ ਦੇ ਮੋਹ 'ਚ ਫਸ ਜੇ ਫਿਰ ਮਰ ਜੰਮੈ ਵਾਰੋ ਵਾਰਾ।
ਉਹ ਵਾਰ-ਵਾਰ ਮਰਦਾ ਹੈ, ਵਾਰ-ਵਾਰ ਜੰਮਦਾ ਹੈ, ਕਿਉਂਕਿ ਜੰਮਦਾ ਮਰਦਾ ਕੇਵਲ ਸਰੀਰ ਹੈ। ਆਤਮਾ ਪਹਿਲੋਂ ਵੀ ਸੀ, ਸਰੀਰ ਨੇ ਮਰ ਜਾਣਾ, ਆਤਮਾ ਫਿਰ ਵੀ ਰਹਿਣੀ ਹੈ। ਆਤਮਾ ਪਰਮਾਤਮਾ ਦਾ ਰੂਪ ਹੈ, ਔਰ ਆਤਮਾ ਜਿਹੜੇ ਮੋਹ ਦੇ ਵਿੱਚ ਫਸੀ ਰਹੇਗੀ ਉਹਨੇ ਉਸੇ ਤਰ੍ਹਾਂ ਦਾ ਅੱਗੇ ਸਰੀਰ ਫਿਰ ਧਾਰਨ ਕਰ ਲੈਣਾ ਹੈ। ਜਦੋਂ ਤੱਕ ਮੋਹ ਤੋਂ ਬਾਹਰ ਨਿਕਲੇਗੀ ਨਹੀਂ, ਉਦੋਂ ਤੱਕ ਬਸ ਇਹ ਸਰੀਰਾਂ ਦਾ ਜੰਮਣਾ ਮਰਨਾ ਲੱਗਿਆ ਰਹਿਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਮਾਇਆ ਮੋਹ ਖੁਆਇਣ ਮਰ ਜੰਮੇ ਵਾਰੋ ਵਾਰਾ, ਮਰ ਜੰਮੈ ਵਾਰੋ ਵਾਰਾ, ਬਦੇ ਵਿਕਾਰਾ ਗਿਆਨ ਵਿਹੂਣੀ ਮੁੱਠੀ। ਮਰਦਾ ਹੈ, ਜੰਮਦਾ ਹੈ, ਜੰਮਦਾ ਮਰਦਾ, ਜਿੰਨੀ ਵਾਰੀ ਜਨਮ ਲੈਂਦਾ ਹੈ ਉਹਨੇ ਵਿਕਾਰ ਵੱਧਦੇ ਨੇ। ਮਰ ਜੰਮੇ ਵਾਰੋ ਵਾਰਾ, ਵਧੇ ਵਿਕਾਰਾ, ਔਗਣ ਜਿਹੜੇ ਨੇ ਵਿਕਾਰ ਨੇ ਉਹ ਹੋਰ ਵੱਧਦੇ ਨੇ। ਤੇ ਕਿਉਂ ਵੱਧਦੇ ਨੇ ਜੀ? ਕਿਉਂਕਿ ਗਿਆਨ ਵਿਹੂਣੀ ਮੁੱਠੀ, ਇਹ ਜੀਵ ਰੂਪੀ ਗਿਆਨ ਤੋਂ ਵਿਹੂਣੀ ਹੈ। ਇਹ ਗਿਆਨ ਦੇ ਹੱਥੋਂ, ਜਿਹੜੀ ਅਗਿਆਨ ਦੇ ਹੱਥੋਂ ਮੁੱਠੀ ਠੱਗੀ ਗਈ। ਅਗਿਆਨ ਨੇ ਠੱਗ ਲਿਆ ਤੇ ਗਿਆਨ ਤੋਂ ਖਾਲੀ ਰਹਿ ਗਈ। ਅਗਿਆਨ ਜਿਹੜਾ ਸਾਰੇ ਗਿਆਨ ਠੱਗ ਕੇ ਲੈ ਗਏ, ਇਹ ਗਿਆਨ ਤੋਂ ਖਾਲੀ ਰਹਿ ਗਈ। ਗਿਆਨ ਵਿਹੂਣੀ ਮੁੱਠੀ, ਬਿਨ ਸ਼ਬਦੇ ਪਿਰ ਨਾ ਪਾਇਓ, ਜਨਮ ਗਵਾਇਓ, ਰੂਵੈ ਔਗਣਿਆਰੇ ਝੂਠੇ। ਕਹਿੰਦੇ ਇਹ ਜਿਹੜੇ ਅਸਲ ਵਿੱਚ ਠੱਗੀ ਗਈ, ਕਿੰਨੇ ਠੱਗਿਆ ਜੀ? ਮੁੱਠੀ ਦਰ ਠੱਗੀ ਗਈ। ਗਿਆਨ ਵਿਹੂਣੀ ਤਾਂ ਹੈ ਕਿ ਉਹਨੂੰ ਸਮਝ ਹੀ ਨਹੀਂ ਠੱਗਣ ਵਾਲਾ ਕੌਣ ਹੈ, ਚੋਰ ਕੌਣ ਹੈ। ਹੁਣ ਸਤਿਗੁਰੂ ਜੀ ਨੇ ਪਾਵਨ ਬਚਨ ਕੀਤੇ ਨੇ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੇ, ਔਰ ਚੋਰਾਂ ਦਾ ਕੰਮ ਕੀ ਜੀ? ਚੋਰੀ ਕਰਨਾ। ਤੇ ਗੁਰੂ ਸਾਹਿਬ ਨੂੰ ਪੁੱਛੇ ਕਿ ਇਸ ਦੇਹੀ ਅੰਦਰ ਕਿਹੜੇ ਚੋਰ ਬੈਠੇ ਨੇ? ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਤੇ ਇਹ ਸਾਡਾ ਚੋਰੀ ਕੀ ਕਰ ਲੈਣਗੇ? ਸਤਿਗੁਰੂ ਕਹਿੰਦੇ ਸਾਰਾ ਕੁਛ ਇੱਥੇ ਚੋਰੀ ਕਰਦੇ ਨੇ। ਅੰਮ੍ਰਿਤ ਲੁੱਟੈ, ਅੰਮ੍ਰਿਤ ਕਿਹਨੂੰ ਕਿਹਾ ਜੀ? ਗੁਣਾ ਨੂੰ। ਤੇ ਗੁਣਾ ਤੋਂ ਬਿਨਾਂ ਭਗਤੀ ਨਹੀਂ, ਭਗਤੀ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਇਹ ਅੰਮ੍ਰਿਤ ਨੂੰ ਲੁੱਟਦੇ ਨੇ, ਗੁਣਾ ਨੂੰ ਲੁੱਟਦੇ ਨੇ। ਇਹ ਜੀਵ ਰੂਪੇ ਗਿਆਨ ਤੋਂ ਵਿਹੂਣੀ ਲੁੱਟੇ ਗਏ, ਇਹਨੂੰ ਸਮਝ ਨਹੀਂ ਲੱਗੀ ਕਿ ਪੰਜ ਚੋਰ ਅੰਦਰ ਵੀ ਵਸਦੇ ਸਨ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਮਨ ਦੇ ਪਿੱਛੇ ਚੱਲਣ ਵਾਲਾ ਸਮਝਦੀ ਨਹੀਂ। ਹੁਣ ਗੁਰੂ ਸਾਹਿਬ ਨੇ ਤੇ ਪਾਵਨ ਬਚਨ ਕਹੇ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰ। ਅਖੀਰ ਤੇ ਪੁਕਾਰ ਫਿਰ ਕਿਸੇ ਨੇ ਸੁਣੀ। ਬਿਨ ਸ਼ਬਦੇ ਪਿਰ ਨਾ ਪਾਇਓ, ਜਨਮ ਗਵਾਇਓ, ਰੂਵੈ ਔਗਣਿਆਰੇ ਝੂਠੇ। ਕਿਉਂਕਿ ਸ਼ਬਦ ਤੋਂ ਬਿਨਾਂ, ਸ਼ਬਦ ਦੇ ਵਿਚਾਰ ਤੋਂ ਬਿਨਾਂ, ਸ਼ਬਦ ਦੇ ਵਿਚਾਰ ਨੂੰ ਜੀਵਨ ਵਿੱਚ ਲਿਆਂਦੇ ਤੋਂ ਬਿਨਾਂ ਅੱਜ ਤੱਕ ਉਸ ਪਤੀ ਪਿਰ ਪਰਮਾਤਮਾ ਨੂੰ ਕਿਸੇ ਨੇ ਪਾਇਆ, ਨਾ ਕੋਈ ਪਾ ਸਕਦਾ ਹੈ। ਬਿਨ ਸ਼ਬਦੇ ਪਿਰ ਨਾ ਪਾਇਓ, ਇਸੇ ਕਰਕੇ ਕਹਿੰਦੇ ਜਨਮ ਗਵਾਇਓ, ਇਹ ਮਨੁੱਖਾ ਜਨਮ ਗਵਾ ਕੇ ਚਲਾ ਗਿਆ। ਰੋਵੈ ਔਗਣ ਯਾਰੇ ਝੂਠੇ, ਝੂਠਿਆਂ ਮੋਹ ਦੇ ਵਿੱਚ ਪੈ ਕੇ ਇਹ ਔਗਣਾਂ ਦੇ ਨਾਲ ਭਰੀ ਹੋਈ ਜੀਵ ਰੂਪੀ ਇਸਤਰੀ ਰੋਂਦੀ ਗਈ, ਠੱਗੀ ਗਈ। ਪਿਰ ਜਗ ਜੀਵਨ ਕਿਸ ਨੂੰ ਰੋਈਐ, ਰੋਵੈ ਕੰਤ ਵਿਸਾਰੇ। ਪਿਰ ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਪਿਰ ਪਤੀ ਪਰਮਾਤਮਾ। ਕਹਿੰਦੇ ਪਿਰ ਜਗ ਜੀਵਨ ਕਿਸ ਨੂੰ ਰੋਈਐ, ਭਈ ਹੋਰ ਕਿਹਨੂੰ ਰੋਈਏ? ਜੇ ਰੋਣਾ ਤੇ ਨਾ ਪਦਾਰਥਾਂ ਨੂੰ ਨਾ ਰੋਵੋ। ਜੇ ਰੋਣਾ ਹੀ ਹੈ ਤਾਂ ਫਿਰ ਇਸ ਗੱਲ ਕਰਕੇ ਰੋਵੋ ਕਿ ਉਹ ਪਤੀ ਪਰਮੇਸ਼ਰ ਜਗਤ ਦਾ ਜੀਵਨ ਮਿਲਿਆ ਕਿਉਂ ਨਹੀਂ। ਭਾਈ ਰਾਮ ਕੁਇਰ ਜੀ, ਉਹਨਾਂ ਦਾ ਸ਼ਾਮ ਦਾ ਇਤਿਹਾਸ ਵੀ ਚੱਲ ਰਿਹਾ ਹੈ, ਔਰ ਇੱਕ ਦੋ ਦਿਨਾਂ ਵਿੱਚ ਸ਼ਾਇਦ ਵਿਸਾਖੀ ਆਵੇਗੀ ਵੀ। ਭਾਈ ਰਾਮ ਕੁਇਰ ਜੀ ਹਾਕਮ ਦੇ ਕੁਝ ਸਿਪਾਹੀਆਂ ਨੂੰ ਉਹਨਾਂ ਦੇ ਘਰ ਨੂੰ ਲੁੱਟ ਲਿਆ, ਔਰ ਜਦੋਂ ਲਾਹੌਰ ਦੇ ਸੂਬੇ ਨੂੰ ਪਤਾ ਲੱਗਿਆ ਕਿ ਭਾਈ ਰਾਮ ਕੌਰ ਦਾ ਘਰ ਲੁੱਟ ਲਿਆ ਇਹਨੇ, ਉਹ ਆਪ ਚੱਲ ਕੇ ਆਇਆ। ਭਾਈ ਰਾਮ ਕੌਰ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ ਤੇ ਨਾਲੇ ਮਾਫੀ ਮੰਗੀ ਕਿ ਭਾਈ ਰਾਮ ਕੌਰ ਜੀ, ਮੇਰੇ ਬੰਦਿਆਂ ਨੂੰ ਪਤਾ ਨਹੀਂ ਸੀ ਤੁਹਾਡਾ ਘਰ ਲੁੱਟ ਕੇ ਲੈ ਗਏ ਨੇ, ਤੁਸੀਂ ਵੇਖੋ ਕਿ ਕੁਝ ਲੁੱਟ ਕੇ ਲੈ ਗਏ ਨੇ, ਵਾਪਸ ਕਰਕੇ ਜਾਵਾਂ। ਔਰ ਭਾਈ ਰਾਮ ਕੌਰ ਦੇ ਜਦੋਂ ਨੇਤਰ ਖੁੱਲੇ ਤੇ ਕੀ ਦੇਖਦੇ ਨੇ, ਕਹਿੰਦੇ ਸਾਹਮਣੇ ਬਾਜ ਨਹੀਂ ਬੈਠੇ, ਬਾਜ ਲੈ ਗਏ ਨੇ, ਬਾਕੀ ਠੀਕ ਹੀ ਹੋਣਾ ਹੈ।
क्योंकि पदार्थां नाल मोह नहीं ना, बाकी ठीक ही होना है। ये जदों ये समझ असल में आ जाए, ज्ञान हो जाए, समझ लग जाए कि ये पदार्थ दे आने जाने ने, हो सकता पदार्थ पे रह जान, तू चला जाए। जे रोना है तो इस गल करके रो के मिलाप होया क्यों नहीं, रोना तो इस करके अरदास बेनती करो, कद नानक आवे वारी, कदों वारी आवेगी। जे रोना तो इस करके अरदास बेनती करके अंदरों रो कि बहुत जन्म बिछरे थे माधो, ये जन्म तुम्हारे लिखे। कह रविदास आस लग जीवो, चिर भयो दर्शन देखे। पता नहीं कितना कुछ समा हो गया। हुण सतगुरु जी कहते हैं, फिर जग जीवन किस नूं रोईए, रोवै कंत विसारे। पर जीव रूपी इस्त्री कंत नूं विसार के रोवे कि वो विसर क्यों गया। जे रोना तो फिर इस गल करके रोवे। सब जग आपो पायण, आवन जान संसारे। दूसरे पदे दे कीर्त फिर कहते ने, सारा संसार आप पैदा किया, पर इवें दा कीता कि जिहड़ा आउणा जाना है टिकदा नहीं। सो फिर साचा सद ही साचा है, ना ओह मरे न जाए। कहते ओ सो फिर, सो दा अर्थ ओ पति परमेश्वर ऐसा है जिहड़ा सदा ही सच है, तो सदा सच हो के जिहड़ा जन्मदा नहीं, तो जिहड़ा जम्मे ही नहीं उन्हें मरना कित्थों है। सो फिर साचा सद ही साचा है, ना ओह मरे, वो मरदा नहीं। क्यों नहीं मरदा, क्यों ना जाए, वो जन्मे नहीं तो मरना कित्थों है। वो जमदा मरदा नहीं, ना किते जांदा है। भूले फिरै धन ए आणिया, धन का अर्थ जिहड़ा है जीव रूपी इस्त्री, पर यह भुली फिरी, इनू समझ नहीं लगी। क्यों भुल गई, क्योंकि ये आणिया अनजान है, ये आणी है, मत थोड़ी है। भूले फिरै धन ए आणिया, रंड बैठे दूजे भाए। अपने कंत मालक पति नूं भुल के ये रंडी होगी। बैठे दूजे पाए के तो होर ही जाके बैठी रही। समझ ही नहीं लगी कि पति किहड़ा सी, समझ ही नहीं लगी कि संसार ते आया कहदे लई सा। रंड बैठे दूजे पाए, ये जीव रूपी इस्त्री जिन्हों रंड शब्द वरत्या कि रंडी क्यों होगी, दूजे पाए, दूजे पासे जाके बैठ क्यों गई। कहते क्योंकि माया मोह दुख पाए, माया के मोह विच फस गई तो दुखी हुई। आप घटै तन सीजा, पर इन्हूं ये समझ नहीं लगी कि उम्र घट जानी है। आप घट है, उम्र घट है, तो जिवें जिवें उम्र घटती जानी है तन सीजै, शरीर कमज़ोर होंदा जाना है। जिन्होंने गुरु साहिब जी कहते हैं, सिर कंपै, पग डगमगे, नैन जोत ते हीन। और उदों शरीर इन्ना को कमज़ोर हो जाता, सुंगड़ जाता है। फिर बंदा कहता कपड़े वड्डे हो गए ने, छोटे कर दो। असल में कपड़े वड्डे नहीं हो गए, शरीर ही सुंगड़ गया है, कमज़ोर हो गया है। खैर गुरु साहिब जी कृपा करते हैं कि तन जिहड़ा है वो कमज़ोर होंदा है, उम्र घटती जाती है। जो किश आया सब किश जासी, दुख लागा पाए दूजा। सतगुरु कहते हैं भाई गल चेते रखो, जो कुछ आया है ये चला जाना है। जो कुछ अखां नाल दिस रहा कुछ भी नहीं रहना। पर बंदे नूं दुख लग्या तो दुख लग्या इस करके कि दूजे भाव विच पै गया, समझ नहीं लगी, दूजे मूँह विच ही फसिया रह गया। जम काल न सूझै माया जग लूझै। इनू इत्थों तक कि जम काल भी वो भी नहीं समझ रही कि जम काल ने भी आना है, जमा ने भी आना है। तो क्यों नहीं सुझदा जी, कहते माया जग लूझै। सारा संसार माया दे विच उलझे पिया है। किवें उलझिया है, लभ लोभ चित लाए। ये लभ ते लोभ दे विच फस गया। हुण लभ दा अर्थ है जबान के चस्के विच फसिया है। अज ये खाना है, कल ये खाना, ये नहीं खाते, खा के वेख लीए। बस लभ ऐसा है कि जे खा लिया तो होर रख लिए। ये लभ जबान का चस्का, तो लोभ कि नहीं इन्ना आ गया है, इन्ना जोड़ लिया, इन्ना को होर जोड़ दिए, लालच इहदे च फस गया, चित इहदे च ला लिया। सो फिर साचा सद ही साचा, ना वह मरे ना जाए। नहीं भाई सतगुरु जी कहते ने चित उंदे ना लाओ। वो जिहड़ा पति सच्चा है, जिन्हें सदा ही सच रहना है, वो ना आउंदा है
ਨਾ ਜੰਮਦਾ ਹੈ ਨਾ ਮਰਦਾ ਨਾ ਕਿਤੇ ਜਾਂਦਾ ਹੈ। ਇੱਕ ਰੋਵੇ ਫਿਰੇ ਵਿਛੁੰਨੀਆਂ, ਅੰਧੇ ਨਾ ਜਾਣੈ ਫਿਰ ਨਾਲੇ। ਇੱਕ ਦੇ ਕੱਕੇ ਨੂੰ ਸਿਆਰੀ ਅਤੇ ਬਹੁਵਚਨ ਹੈ। ਇੱਕ ਤੋਂ ਭਾਵ ਕਈ ਜੀਵ ਰੂਪੀ ਇਸਤਰੀਆਂ ਉਹ ਇਸ ਕਰਕੇ ਰੋਂਦੀਆਂ ਨੇ ਕਿ ਉਸ ਸਾਈਂ ਦੇ ਨਾਲੋਂ, ਪਤੀ ਦੇ ਨਾਲੋਂ ਵਿਛੜ ਗਈਆਂ। ਇੱਕ ਰੋਵੇ ਫਿਰੇ ਵਿਛੁੰਨੀਆਂ ਕਿ ਪਤੀ ਸਾਡੇ ਨਾਲੋਂ ਵਿਛੜ ਗਿਆ, ਸੀ ਪਤੀ ਤੋਂ ਵਿਛੜ ਗਏ। ਪਰ ਗੁਰੂ ਸਾਹਿਬ ਜੀ ਕਹਿੰਦੇ ਅੰਧੇ ਨਾ ਜਾਣੈ। ਇਹ ਗਿਆਨ ਤੋਂ ਅੰਨੇ ਜੀਵ ਰੂਪੀ ਇਸਤਰੀ ਇਸ ਗੱਲ ਨੂੰ ਜਾਣਦੀ ਹੀ ਨਹੀਂ। ਫਿਰ ਨਾਲੇ ਉਹ ਪਤੀ ਪਰਮੇਸ਼ਰ ਦੇ ਨਾਲ ਹੀ ਹੈ, ਪਰ ਇਹ ਰੋਈ ਜਾਂਦੀ ਕਿ ਮੈਂ ਵਿਛੜ ਗਈ ਹਾਂ। ਵਿਛੜ ਗਏ ਨਹੀਂ, ਅਸਲ ਵਿੱਚ ਉਹ ਗਿਆਨ ਵਾਲੀਆਂ ਅੱਖਾਂ ਹੀ ਬੰਦ ਹੋ ਗਈਆਂ, ਉਹ ਦਿਸੇ ਨਹੀਂ, ਉਹਦੇ ਨਾਲ ਹੀ ਹੈ। ਹੁਣ ਗੁਰੂ ਸਾਹਿਬ ਜੀ ਅੱਗੇ ਕਿਰਪਾ ਕਰ ਰਹੇ ਨੇ। ਗੁਰ ਪ੍ਰਸਾਦੇ ਸਾਚਾ ਫਿਰ ਮਿਲੈ, ਅੰਤਰ ਸਦਾ ਸੰਭਾਲੇ। ਕਹਿੰਦੇ ਗੁਰ ਪ੍ਰਸਾਦੇ, ਗੁਰੂ ਦੀ ਕਿਰਪਾ ਨਾਲ ਉਹ ਸੱਚਾ ਪਤੀ ਮਿਲਦਾ ਹੈ, ਕਿਤੇ ਦੂਰ ਥੋੜ੍ਹੀ ਸੀ। ਕਿੱਥੋਂ ਮਿਲਦਾ? ਅੰਤਰ ਸਦਾ ਸੰਭਾਲੇ, ਉਹ ਆਪਣੇ ਅੰਦਰ ਹੀ ਸੀ। ਪਰ ਜਿਹੜੇ ਗੁਰੂ ਦੀ ਜਿਨ੍ਹਾਂ ਨੇ ਕਿਰਪਾ ਲੈ ਲਈ, ਫਿਰ ਉਹਨਾਂ ਦੀ ਸੰਭਾਲ ਕਰਦੇ ਨੇ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ। ਉਹ ਫਿਰ ਪਤੀ ਪਰਮਾਤਮਾ ਅੰਦਰ ਹੈ, ਫਿਰ ਉਹ ਅੰਦਰੋਂ ਨਿੱਤ ਸੰਭਾਲ ਕਰਦਾ। ਸੰਭਾਲ ਕਰਨੀ ਕਿਵੇਂ ਹੈ? ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਨਾ ਜੀ ਕਿ ਬੰਦੇ ਖੋਜ ਦਿਲ ਹਰ ਰੋਜ਼, ਰੋਜ਼ ਖੋਜ, ਸੰਭਾਲ ਕਰ, ਉਹ ਅੰਦਰ ਹੈ, ਕਿਤੇ ਬਾਹਰ ਨਹੀਂ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ। ਗੁਰਮੁਖ ਸੰਭਾਲਦਾ ਹੈ, ਪਰ ਕਹਿੰਦੇ ਮਨ ਮੁਖ ਜਾਤਾ ਦੂਰ। ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੂੰ ਉਹਨਾਂ ਸਮਝਿਆ ਨਹੀਂ ਰੱਬ ਬੜੀ ਦੂਰ ਹੈ। ਰੱਬ ਦੂਰ ਨਹੀਂ, ਰੱਬ ਤੇਰੇ ਅੰਦਰ ਹੈ, ਪਰ ਤੇਰੇ ਕੋਲ ਉਹ ਆਖੀ ਨਹੀਂ ਕਿ ਰੱਬ ਨੂੰ ਤੂੰ ਵੇਖ ਸਕੇ। ਇਹ ਤਨ ਰੁੜੇ ਰੁਲਾਇਆ ਕਾਮ ਨ ਆਇਆ, ਜਿਨ ਖਸਮ ਨਾ ਜਾਤਾ ਹਦੂਰੇ। ਸਤਿਗੁਰੂ ਕਹਿੰਦੇ ਨੇ ਗੁਰੂ ਕੇ ਸਿੱਖੋ ਇਹ ਗੱਲ ਚਿੱਤੇ ਰੱਖ ਲਿਓ, ਜਿਨ੍ਹਾਂ ਨੇ ਖਸਮ ਨੂੰ, ਮਾਲਕ ਨੂੰ ਦੂਰ ਜਾਣਿਆ ਨਾ। ਇਹ ਤਨ ਰੁੜੇ ਰੁਲਾਇਆ ਕਾਮ ਨਾ ਆਇਆ। ਇਹ ਤਨ ਰੁੜ ਜਾਣਾ ਹੈ ਮਿੱਟੀ ਦੇ ਵਿੱਚ, ਕੰਮ ਨਹੀਂ ਆਉਣਾ। ਔਰ ਕੱਲਾ ਮਿੱਟੀ ਦੇ ਵਿੱਚ ਰੁੜਨ ਤੋਂ ਬਾਅਦ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਭਾਵੇਂ 100 ਸਾਲ ਵੀ ਜੀਵਨ ਦੇ ਇੱਥੇ ਬਤੀਤ ਕਰ ਜਾ, ਪਰ ਕੰਮ ਕਿਸੇ ਆਇਆ। ਸਤਿਗੁਰੂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ ਜੀ, ਨਰੂ ਮਰੈ ਨਰ ਕਾਮ ਨਾ ਆਵੇ। ਹੁਣ ਇਹਦੇ ਬਾਹਰਲੇ ਅਰਥ ਤੇ ਭਾਵੇਂ ਇਹ ਕੀਤੇ ਜਾਂਦੇ ਨੇ ਕਿ ਬੰਦਾ ਮਰ ਜੇ ਕਿਸੇ ਕੰਮ ਨਹੀਂ ਹੁੰਦਾ, ਪਰ ਬੰਦਾ ਮਰ ਕੇ ਵੀ ਬੜਾ ਕੰਮ ਹੁੰਦਾ ਜੀ। ਕਿਸੇ ਹਸਪਤਾਲ ਦੇ ਵਿੱਚ ਲਾਸ਼ ਦੇ ਦਿਓ, ਬੜਾ ਕੰਮ ਹੁੰਦਾ ਜੀ। ਇਹਦਾ ਭਾਵ ਅਰਥ ਹੈ ਕਿ ਬੰਦੇ ਦੇ ਅੰਦਰੋਂ ਨਰੂ ਮਰੇ, ਇਨਸਾਨੀਅਤ ਮਰ ਜੇ, ਤੇ ਬੰਦਾ ਭਾਵੇਂ 100 ਸਾਲ ਵੀ ਧਰਤੀ ਤੇ ਰਹਿ ਜੇ, ਕਿਸੇ ਕੰਮ ਦਾ ਨਹੀਂ। ਪਰ ਪਸ਼ੂ ਮਰੇ 10 ਕਾਜ ਸਵਾਰੇ। ਬੰਦੇ ਦੇ ਅੰਦਰੋਂ ਜੇ ਪਸ਼ੂ ਵਾਲੀ ਬਿਰਤੀ ਮਰ ਜੇ ਨਾ, ਫਿਰ ਉਹ ਜ਼ਰੂਰ ਕੋਈ ਨਾ ਕੋਈ ਕੰਮ ਸਵਾਰ ਕੀ ਜਾਂਦਾ ਹੈ। ਆਪਣਾ ਵੀ ਸਵਾਰਦਾ, ਹੋਰਨਾਂ ਦਾ ਵੀ ਸਵਾਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਤਨ ਰੁੜ ਜਾਣਾ ਹੈ। ਜਿਨ ਖਸਮ ਨਾ ਜਾਤਾ ਹਦੂਰੇ, ਜਿਨ੍ਹਾਂ ਨੇ ਖਸਮ ਨੂੰ ਆਪਣੇ ਹਾਜ਼ਰ ਨਾਜ਼ਰ ਨਹੀਂ ਜਾਣਿਆ। ਨਾਨਕ ਸਾ ਤਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਅਖੀਰ ਤੇ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ। ਨਾਨਕ ਦਰਤ ਕਰਾਂਗੇ ਧੰਨ ਗੁਰੂ ਅਮਰਦਾਸ ਜੀ। ਸਾ ਧਨ ਮਿਲੈ ਮਿਲਾਈ, ਉਹ ਜੀਵ ਰੂਪੀ ਇਸਤਰੀ ਮਿਲ ਗਈ ਜਿਨ੍ਹਾਂ ਨੂੰ ਮੇਰੇ ਮਾਲਕ ਨੇ ਮਿਲਾਇਆ। ਫਿਰ ਅੰਤਰ ਸਦਾ ਸੰਭਾਲੇ, ਕਿਉਂਕਿ ਉਹਨਾਂ ਨੇ ਪਤੀ ਪਰਮੇਸ਼ਰ ਨੂੰ ਆਪਣੇ ਅੰਦਰੋਂ ਹੀ ਹਰ ਵੇਲੇ ਸੰਭਾਲਿਆ ਹੈ। ਇੱਕ ਰੋਵੇ ਫਿਰੇ ਵਿਛੁੰਨੀਆਂ, ਅੰਧੇ ਨਾ ਜਾਣੈ ਫਿਰ ਹੈ ਨਾਲੇ। ਪਰ ਇੱਕ ਬਹੁਵਚਨ ਹੈ, ਕੁਝ ਉਹ ਨੇ ਜਿਹੜੀਆਂ ਰੋਂਦੀਆਂ ਨੇ ਕਿ ਪਤੀ ਪਰਮੇਸ਼ਰ ਵਿਛੜ ਗਿਆ। ਵਿਛੜਿਆ ਥੋੜ੍ਹੀ ਹੈ ਤੇ ਨਾਲ ਹੀ ਕਹਿੰਦੇ ਇੱਕ ਰੋਵੇ ਫਿਰੇ ਵਿਛੁੰਨੀਆਂ ਕਿ ਅਸੀਂ ਵਿਛੜ ਗਈਆਂ। ਅੰਧੇ ਨਾ ਜਾਣੈ, ਪਰ ਗਿਆਨ ਕਰਕੇ ਅੰਨੀ ਹੈ, ਜਾਣਦੀ ਨਹੀਂ। ਫਿਰ ਹੈ ਨਾਲੋਂ ਪਤੀ ਪਰਮੇਸ਼ਰ ਦੇ ਨਾਲ ਹੈ, ਉਹ ਕਿੱਥੇ ਵਿਛੜਿਆ ਹੈ, ਉਹ ਤੇ ਅੰਦਰ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਜੀ ਦੇ ਪਾਵਨ ਬਚਨ ਕਿਤੇ ਸਾਡੀ ਸਮਝ ਵਿੱਚ ਆਉਣ। ਇਹਨਾਂ ਸ਼ਬਦਾਂ ਦੀ ਜਿਹੜੀ ਵਿਚਾਰ ਕੀਤੀ ਜਾਂਦੀ ਉਹ ਹਿਰਦੇ 'ਚ ਵਸ ਜੇ। ਹੋਈਆਂ ਫੁੱਲਾਂ ਦੀ ਖਿਮਾ। ਆਓ ਰਸਨਾ ਨੂੰ ਕਰੀਏ ਪਵਿੱਤਰ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ